ਤੁਸੀਂ ਕਦੇ ਸੋਚਿਆ ਹੈ ਕਿ ਰਾਤ ਨੂੰ ਰਸੋਈ ਵਿੱਚ ਝੂਠੇ ਬਰਤਨ ਛੱਡ ਕੇ ਸੌਣਾ ਸਿਰਫ ਆਲਸ ਨਹੀਂ, ਕਈ ਵਾਰੀ ਇਹ ਘਰ ਦੀ ਬਰਕਤ ਨੂੰ ਵੀ ਦੂਰ ਕਰ ਸਕਦਾ ਹੈ। ਇੱਕ ਛੋਟੀ ਜਿਹੀ ਆਦਤ ਕਿਵੇਂ ਪੂਰੇ ਪਰਿਵਾਰ ਦੀ ਕਿਸਮਤ ਬਦਲ ਸਕਦੀ ਹੈ। ਅੱਜ ਦੀ ਇਹ ਕਹਾਣੀ ਤੁਹਾਡੇ ਦਿਲ ਤੇ ਦਿਮਾਗ ਦੋਵਾਂ ਨੂੰ ਹਿਲਾ ਦੇਵੇਗੀ। ਪਿੰਡ ਦੀ ਠੰਡੀ ਸ਼ਾਮ ਸੀ। ਹਵਾ ਵਿੱਚ ਹੌਲੀ-ਹੌਲੀ ਸਰਦੀ ਦੀ ਖੁਸ਼ਬੂ ਫੈਲੀ ਹੋਈ ਸੀ ਅਤੇ ਲੋਕ ਆਪਣੇ ਆਪਣੇ ਘਰਾਂ ਵਿੱਚ ਦਿਨ ਭਰ ਦੀ ਮਿਹਨਤ ਤੋਂ ਬਾਅਦ ਆਰਾਮ ਕਰ ਰਹੇ ਸਨ। ਪਰ ਉਸ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਹਰ ਰਾਤ ਇੱਕੋ ਜਿਹਾ ਦ੍ਰਿਸ਼ ਦਿਖਾਈ ਦਿੰਦਾ ਸੀ। ਰਸੋਈ ਵਿੱਚ ਖਾਣਾ ਖਾਣ ਤੋਂ ਬਾਅਦ ਝੂਠੇ ਬਰਤਨ ਉਹੀ ਪਏ ਰਹਿੰਦੇ ਸਨ। ਨਾ ਉਹ ਧੋਏ ਜਾਂਦੇ ਸਨ, ਨਾ ਹੀ ਕਿਸੇ ਨੂੰ ਉਸ ਦੀ ਪਰਵਾਹ ਸੀ। ਉਸ ਘਰ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਬੁੱਢੀ ਮਾਂ, ਉਸ ਦਾ ਪੁੱਤਰ ਹਰਬੰਸ ਅਤੇ ਉਸ ਦੀ ਵਹੁਟੀ ਮੀਰਾ। ਹਰਬੰਸ ਦਿਨ ਭਰ ਮਿਹਨਤ ਕਰਦਾ ਸੀ, ਪਰ ਫਿਰ ਵੀ ਘਰ ਵਿੱਚ ਕਦੇ ਸੁੱਖ ਸ਼ਾਂਤੀ ਨਹੀਂ ਰਹਿੰਦੀ ਸੀ। ਕਦੇ ਬਿਮਾਰੀ ਆ ਜਾਂਦੀ, ਕਦੇ ਪੈਸਿਆਂ ਦੀ ਤੰਗੀ, ਕਦੇ ਘਰ ਵਿੱਚ ਝਗੜਾ। ਮੀਰਾ ਕਈ ਵਾਰੀ ਕਹਿੰਦੀ, ਮਾਂ ਜੀ, ਰਾਤ ਨੂੰ ਬਰਤਨ ਧੋ ਲਿਆ ਕਰੀਏ। ਪੁਰਾਣੇ ਲੋਕ ਕਹਿੰਦੇ ਨੇ ਕਿ ਰਾਤ ਨੂੰ ਝੂਠੇ ਬਰਤਨ ਛੱਡ ਦੇਣ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ। ਪਰ ਬੁੱਢੀ ਮਾਂ ਹੱਸ ਕੇ ਕਹਿੰਦੀ, ਉਹ ਇਹ ਸਾਰੀਆਂ ਪੁਰਾਣੀਆਂ ਗੱਲਾਂ ਨੇ, ਕੁਝ ਨਹੀਂ ਹੁੰਦਾ। ਇਸ ਤਰ੍ਹਾਂ ਦਿਨ ਲੰਘਦੇ ਗਏ। ਇੱਕ ਦਿਨ ਪਿੰਡ ਵਿੱਚ ਖਬਰ ਫੈਲੀ ਕਿ ਮਹਾਨ ਸੰਤ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਬਾਈ ਮਰਦਾਨਾ ਨਾਲ ਉਸ ਪਿੰਡ ਵਿੱਚ ਆ ਰਹੇ ਹਨ। ਸਾਰਾ ਪਿੰਡ ਖੁਸ਼ੀ ਨਾਲ ਭਰ ਗਿਆ। ਲੋਕਾਂ ਨੇ ਸੋਚਿਆ, ਅੱਜ ਸਾਨੂੰ ਸੱਚਾ ਗਿਆਨ ਮਿਲੇਗਾ। ਹਰਬੰਸ ਨੇ ਵੀ ਸੋਚਿਆ ਕਿ ਉਹ ਆਪਣੇ ਘਰ ਵਿੱਚ ਸੰਤ ਨੂੰ ਬੁਲਾਏਗਾ ਤਾਂ ਸ਼ਾਇਦ ਉਸਦੇ ਘਰ ਦੀਆਂ ਮੁਸ਼ਕਲਾਂ ਦੂਰ ਹੋ ਜਾਣ। ਸ਼ਾਮ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਪਿੰਡ ਵਿੱਚ ਪਹੁੰਚੇ ਤਾਂ ਲੋਕ ਉਹਨਾਂ ਦੇ ਦਰਸ਼ਨ ਕਰਨ ਲਈ ਦੌੜ ਪਏ। ਹਰਬੰਸ ਨੇ ਨਿਵੇਨ ਹੋ ਕੇ ਬੇਨਤੀ ਕੀਤੀ, ਬਾਬਾ ਜੀ, ਮੇਰੇ ਘਰ ਵੀ ਆਓ, ਮੇਰੇ ਘਰ ਵਿੱਚ ਬਹੁਤ ਦੁੱਖ ਨੇ। ਬਾਬਾ ਜੀ ਨੇ ਮਿੱਠੀ ਮੁਸਕਾਨ ਨਾਲ ਹਾਂ ਕਰ ਦਿੱਤੀ। ਰਾਤ ਹੋ ਚੁੱਕੀ ਸੀ ਜਦੋਂ ਉਹ ਹਰਬੰਸ ਦੇ ਘਰ ਪਹੁੰਚੇ। ਘਰ ਵਿੱਚ ਸਧਾਰਨ ਜਿਹਾ ਖਾਣਾ ਬਣਿਆ, ਰੋਟੀ, ਦਾਲ ਅਤੇ ਥੋੜਾ ਜਿਹਾ ਸਾਗ। ਸਭ ਨੇ ਮਿਲ ਬੈਠ ਕੇ ਖਾਣਾ ਖਾਧਾ। ਪਰ ਖਾਣੇ ਤੋਂ ਬਾਅਦ ਮੀਰਾ ਥੱਕ ਗਈ ਸੀ ਅਤੇ ਸੋਚਿਆ ਕਿ ਬਰਤਨ ਸਵੇਰੇ ਧੋ ਲਵਾਂਗੀ। ਝੂਠੇ ਬਰਤਨ ਉੱਥੇ ਹੀ ਪਏ ਰਹਿ ਗਏ। ਗੁਰੂ ਨਾਨਕ ਦੇਵ ਜੀ ਚੁੱਪਚਾਪ ਸਭ ਕੁਝ ਦੇਖਦੇ ਰਹੇ। ਰਾਤ ਦੇ ਅੱਧ ਵਿੱਚ ਜਦੋਂ ਸਾਰੇ ਸੋ ਗਏ ਤਾਂ ਬਾਬਾ ਜੀ ਉੱਠੇ ਅਤੇ ਹੌਲੀ-ਹੌਲੀ ਰਸੋਈ ਵਿੱਚ ਗਏ। ਉਹਨਾਂ ਨੇ ਉਹ ਸਾਰੇ ਝੂਠੇ ਬਰਤਨ ਆਪਣੇ ਹੱਥਾਂ ਨਾਲ ਧੋਣੇ ਸ਼ੁਰੂ ਕਰ ਦਿੱਤੇ। ਜਦੋਂ ਮੀਰਾ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਬਾਬਾ ਜੀ ਬਰਤਨ ਧੋ ਰਹੇ ਹਨ। ਉਹ ਘਬਰਾ ਗਈ ਅਤੇ ਦੌੜ ਕੇ ਬੋਲੀ, ਬਾਬਾ ਜੀ, ਤੁਸੀਂ ਇਹ ਕੀ ਕਰ ਰਹੇ ਹੋ? ਇਹ ਕੰਮ ਤਾਂ ਸਾਡਾ ਹੈ। ਬਾਬਾ ਜੀ ਨੇ ਹੌਲੀ ਜਿਹੀ ਮੁਸਕਾਨ ਨਾਲ ਕਿਹਾ, ਬੇਟੀ, ਜਿੱਥੇ ਗੰਦਗੀ ਰਹਿੰਦੀ ਹੈ ਉੱਥੇ ਚਿੰਤਾ, ਝਗੜਾ ਅਤੇ ਗਰੀਬੀ ਆਪਣਾ ਘਰ ਬਣਾ ਲੈਂਦੇ ਹਨ। ਰਾਤ ਨੂੰ ਝੂਠੇ ਬਰਤਨ ਛੱਡਣਾ ਸਿਰਫ ਰਸੋਈ ਦੀ ਗਲਤੀ ਨਹੀਂ ਹੁੰਦੀ, ਇਹ ਸਾਡੇ ਮਨ ਦੀ ਆਲਸਤਾ ਦਾ ਨਿਸ਼ਾਨ ਹੁੰਦਾ ਹੈ। ਇਹ ਗੱਲ ਸੁਣ ਕੇ ਮੀਰਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸਵੇਰੇ ਜਦੋਂ ਹਰਬੰਸ ਅਤੇ ਉਸਦੀ ਮਾਂ ਜਾਗੇ ਤਾਂ ਉਹਨਾਂ ਨੇ ਦੇਖਿਆ ਕਿ ਸਾਰੇ ਬਰਤਨ ਚਮਕ ਰਹੇ ਹਨ। ਹਰਬੰਸ ਹੈਰਾਨ ਹੋ ਕੇ ਪੁੱਛਣ ਲੱਗਾ, ਇਹ ਕਿਸਨੇ ਕੀਤੇ? ਮੀਰਾ ਨੇ ਰੋਦਿਆਂ ਦੱਸਿਆ ਕਿ ਰਾਤ ਨੂੰ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਧੋਏ। ਇਹ ਸੁਣ ਕੇ ਬੁੱਢੀ ਮਾਂ ਸ਼ਰਮ ਨਾਲ ਚੁੱਪ ਗਈ। ਫਿਰ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਬਿਠਾ ਕੇ ਕਿਹਾ, ਇਨਸਾਨ ਦੇ ਘਰ ਦੀ ਸਫਾਈ ਸਿਰਫ ਬਾਹਰ ਦੀ ਨਹੀਂ ਹੁੰਦੀ, ਇਹ ਉਸਦੇ ਕਰਮਾਂ ਦੀ ਸਫਾਈ ਵੀ ਹੁੰਦੀ ਹੈ। ਜੇ ਘਰ ਵਿੱਚ ਅਨੁਸ਼ਾਸਨ ਹੋਵੇ, ਸਫਾਈ ਹੋਵੇ ਤਾਂ ਘਰ ਵਿੱਚ ਰੱਬ ਦੀ ਕਿਰਪਾ ਵੀ ਵਸਦੀ ਹੈ। ਬਾਬਾ ਜੀ ਦੀ ਇਹ ਗੱਲ ਹਰਬੰਸ ਦੇ ਦਿਲ ਵਿੱਚ ਉਤਰ ਗਈ। ਉਸ ਦਿਨ ਤੋਂ ਬਾਅਦ ਉਸ ਘਰ ਦਾ ਨਿਯਮ ਬਣ ਗਿਆ ਕਿ ਰਾਤ ਨੂੰ ਕੋਈ ਵੀ ਝੂਠਾ ਬਰਤਨ ਨਹੀਂ ਛੱਡਿਆ ਜਾਵੇਗਾ। ਕੁਝ ਹੀ ਮਹੀਨਿਆਂ ਵਿੱਚ ਅਜੀਬ ਬਦਲਾਅ ਆਉਣ ਲੱਗੇ। ਘਰ ਵਿੱਚ ਝਗੜੇ ਘੱਟ ਹੋ ਗਏ, ਪੈਸੇ ਵੀ ਬਚਣ ਲੱਗ ਪਏ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਘਰ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਆ ਗਈ। ਪਿੰਡ ਦੇ ਲੋਕ ਹੈਰਾਨ ਸਨ ਕਿ ਜੋ ਘਰ ਪਹਿਲਾਂ ਦੁੱਖਾਂ ਨਾਲ ਭਰਿਆ ਰਹਿੰਦਾ ਸੀ, ਉਹ ਹੁਣ ਖੁਸ਼ੀ ਨਾਲ ਕਿਵੇਂ ਚਮਕਣ ਲੱਗ ਪਿਆ। ਹਰਬੰਸ ਹਮੇਸ਼ਾ ਕਹਿੰਦਾ, ਇਹ ਸਭ ਬਾਬਾ ਜੀ ਦੀ ਸਿੱਖਿਆ ਦਾ ਫਲ ਹੈ। ਇੱਕ ਦਿਨ ਉਹ ਮੁੜ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਿਆ ਅਤੇ ਪੁੱਛਿਆ, ਬਾਬਾ ਜੀ, ਕੀ ਸੱਚਮੁੱਚ ਰਾਤ ਨੂੰ ਝੂਠੇ ਬਰਤਨ ਛੱਡਣ ਨਾਲ ਨੁਕਸਾਨ ਹੁੰਦਾ ਹੈ? ਬਾਬਾ ਜੀ ਨੇ ਹੱਸ ਕੇ ਕਿਹਾ, ਪੁੱਤਰ, ਗੱਲ ਸਿਰਫ ਬਰਤਨਾਂ ਦੀ ਨਹੀਂ, ਗੱਲ ਆਦਤਾਂ ਦੀ ਹੈ। ਜਿਹੜਾ ਮਨੁੱਖ ਛੋਟੀਆਂ-ਛੋਟੀਆਂ ਗੱਲਾਂ ਵਿੱਚ ਸੁਧਾਰ ਕਰ ਲੈਂਦਾ ਹੈ, ਉਹ ਆਪਣੇ ਜੀਵਨ ਵਿੱਚ ਵੱਡੀ ਬਰਕਤ ਵੇਖਦਾ ਹੈ। ਇਹ ਗੱਲ ਸੁਣ ਕੇ ਹਰਬੰਸ ਦੇ ਦਿਲ ਵਿੱਚ ਇੱਕ ਨਵੀਂ ਸਮਝ ਜਨਮ ਲੈ ਗਈ। ਪਰ ਉਸੇ ਸਮੇਂ ਬਾਬਾ ਜੀ ਨੇ ਇੱਕ ਹੋਰ ਗੱਲ ਕਹੀ ਜੋ ਸੁਣ ਕੇ ਹਰਬੰਸ ਅਤੇ ਉਸਦਾ ਪਰਿਵਾਰ ਹੈਰਾਨ ਰਹਿ ਗਿਆ। ਬਾਬਾ ਜੀ ਨੇ ਕਿਹਾ, ਪਰ ਇੱਕ ਹੋਰ ਕਾਰਨ ਵੀ ਹੈ ਜਿਸ ਕਰਕੇ ਰਾਤ ਨੂੰ ਝੂਠੇ ਬਰਤਨ ਨਹੀਂ ਛੱਡਣੇ ਚਾਹੀਦੇ। ਇੱਕ ਸਮਾਂ ਸੀ ਜਦੋਂ ਇੱਕ ਘਰ ਵਿੱਚ ਇਹੀ ਆਦਤ ਇੱਕ ਵੱਡੀ ਮੁਸੀਬਤ ਦਾ ਕਾਰਨ ਬਣ ਗਈ ਸੀ।
ਅਤੇ ਉਸ ਘਰ ਨਾਲ ਜੋ ਵਾਪਰਿਆ ਉਸ ਸੁਣ ਕੇ ਅੱਜ ਵੀ ਲੋਕ ਕੰਬ ਜਾਂਦੇ ਹਨ। ਅਤੇ ਇੱਥੇ ਬਾਬਾ ਜੀ ਨੇ ਜੋ ਕਹਾਣੀ ਸ਼ੁਰੂ ਕੀਤੀ ਉਸਨੇ ਹਰਬੰਸ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ, ਕਿਉਂਕਿ ਉਹ ਕਹਾਣੀ ਸਿਰਫ ਬਰਤਨਾਂ ਦੀ ਨਹੀਂ ਸੀ, ਉਹ ਕਹਾਣੀ ਸੀ ਇਨਸਾਨ ਦੇ ਕਰਮਾਂ, ਘਰ ਦੀ ਪਵਿੱਤਰਤਾ ਅਤੇ ਉਸ ਅਦ੍ਰਿਸ਼ ਤਾਕਤ ਦੀ, ਜਿਸ ਬਾਰੇ ਸੁਣ ਕੇ ਹਰਬੰਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਅਤੇ ਬਾਬਾ ਜੀ ਹੌਲੀ-ਹੌਲੀ ਉਸ ਰਹੱਸਮਈ ਘਟਨਾ ਬਾਰੇ ਦੱਸਣ ਲੱਗੇ ਕਿ ਕਿਵੇਂ ਇੱਕ ਪਰਿਵਾਰ ਨੇ ਸਿਰਫ ਇੱਕ ਛੋਟੀ ਜਿਹੀ ਆਦਤ ਨੂੰ ਨਜ਼ਰਅੰਦਾਜ਼ ਕੀਤਾ ਅਤੇ ਫਿਰ ਇੱਕ ਰਾਤ ਉਸ ਘਰ ਵਿੱਚ ਅਜਿਹਾ ਕੁਝ ਹੋਇਆ ਜਿਸ ਨੇ ਸਾਰਾ ਪਿੰਡ ਡਰਾ ਦਿੱਤਾ। ਅਤੇ ਉਹ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ। ਉਸ ਰਾਤ ਘਰ ਵਿੱਚ ਡੂੰਘੀ ਖਾਮੋਸ਼ੀ ਛਾਈ ਹੋਈ ਸੀ। ਚੁੱਲ੍ਹੇ ਦੀ ਆਗ ਬੁਝ ਚੁੱਕੀ ਸੀ, ਆਂਗਣ ਵਿੱਚ ਹੌਲੀ-ਹੌਲੀ ਹਵਾ ਚੱਲ ਰਹੀ ਸੀ ਅਤੇ ਸਭ ਲੋਕ ਬਾਬਾ ਜੀ ਦੀ ਗੱਲ ਧਿਆਨ ਨਾਲ ਸੁਣ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਹੌਲੀ ਜਿਹੀ ਸਾਹ ਲਿਆ ਅਤੇ ਕਹਾਣੀ ਅੱਗੇ ਵਧਾਉਣ ਲੱਗੇ। ਬਾਬਾ ਜੀ ਕਹਿੰਦੇ, ਪੁੱਤਰੋ, ਬਹੁਤ ਸਾਲ ਪਹਿਲਾਂ ਇੱਕ ਹੋਰ ਪਿੰਡ ਵਿੱਚ ਇੱਕ ਧਨਵਾਨ ਪਰਿਵਾਰ ਰਹਿੰਦਾ ਸੀ। ਘਰ ਵੱਡਾ ਸੀ, ਅੰਨ ਧਨ ਦੀ ਕੋਈ ਘਾਟ ਨਹੀਂ ਸੀ, ਪਰ ਘਰ ਵਿੱਚ ਸ਼ਾਂਤੀ ਨਹੀਂ ਸੀ। ਉਸ ਘਰ ਦਾ ਮੁਖੀ ਇੱਕ ਵਪਾਰੀ ਸੀ ਜੋ ਦਿਨ ਰਾਤ ਪੈਸਾ ਕਮਾਉਣ ਵਿੱਚ ਲੱਗਿਆ ਰਹਿੰਦਾ ਸੀ। ਉਸ ਦੀ ਪਤਨੀ ਮਿਹਨਤੀ ਸੀ, ਪਰ ਥਕਾਵਟ ਕਰਕੇ ਕਈ ਵਾਰੀ ਰਾਤ ਨੂੰ ਝੂਠੇ ਬਰਤਨ ਸਵੇਰ ਲਈ ਛੱਡ ਦਿੰਦੀ ਸੀ। ਸ਼ੁਰੂ ਵਿੱਚ ਇਹ ਗੱਲ ਛੋਟੀ ਜਿਹੀ ਲੱਗੀ, ਕਿਸੇ ਨੇ ਧਿਆਨ ਨਹੀਂ ਦਿੱਤਾ, ਪਰ ਹੌਲੀ-ਹੌਲੀ ਘਰ ਵਿੱਚ ਅਜੀਬ ਗੱਲਾਂ ਹੋਣ ਲੱਗੀਆਂ। ਕਦੇ ਬਿਨਾਂ ਕਾਰਨ ਝਗੜੇ ਹੋ ਜਾਂਦੇ, ਕਦੇ ਕਿਸੇ ਨੂੰ ਨੀਂਦ ਨਹੀਂ ਆਉਂਦੀ, ਕਦੇ ਬੱਚੇ ਡਰ ਕੇ ਰਾਤ ਨੂੰ ਜਾਗ ਪੈਂਦੇ। ਪਿੰਡ ਦੇ ਬਜ਼ੁਰਗ ਕਹਿੰਦੇ ਸਨ ਕਿ ਜਿੱਥੇ ਰਾਤ ਨੂੰ ਗੰਦਗੀ ਰਹਿ ਜਾਂਦੀ ਹੈ ਉੱਥੇ ਨਕਾਰਾਤਮਕ ਤਾਕਤਾਂ ਵਸਣਾ ਸ਼ੁਰੂ ਕਰ ਦਿੰਦੀਆਂ ਹਨ। ਪਰ ਉਹ ਪਰਿਵਾਰ ਇਹ ਗੱਲਾਂ ਹੱਸ ਕੇ ਟਾਲ ਦਿੰਦਾ ਸੀ। ਇੱਕ ਰਾਤ ਉਸ ਘਰ ਦੀ ਸਭ ਤੋਂ ਛੋਟੀ ਧੀ ਨੇ ਆਪਣੀ ਮਾਂ ਨੂੰ ਕਿਹਾ, ਮਾਂ ਜੀ, ਜਦੋਂ ਅਸੀਂ ਸੋ ਜਾਂਦੇ ਹਾਂ ਤਾਂ ਰਸੋਈ ਵਿੱਚ ਕੋਈ ਤੁਰਦਾ ਸੁਣਾਈ ਦਿੰਦਾ ਹੈ। ਮਾਂ ਨੇ ਸੋਚਿਆ ਬੱਚੀ ਡਰ ਗਈ ਹੋਵੇਗੀ। ਉਸਨੇ ਕਿਹਾ, ਕੁਝ ਨਹੀਂ ਬੇਟੀ, ਸੋ ਜਾ। ਪਰ ਦੂਜੀ ਰਾਤ ਫਿਰ ਉਹੀ ਆਵਾਜ਼ ਆਈ, ਬਰਤਨਾਂ ਦੀ ਹੌਲੀ-ਹੌਲੀ ਖੜਕ ਸੁਣਾਈ ਦਿੰਦੀ, ਜਿਵੇਂ ਕੋਈ ਰਸੋਈ ਵਿੱਚ ਕੁਝ ਲੱਭ ਰਿਹਾ ਹੋਵੇ। ਤੀਜੀ ਰਾਤ ਉਸ ਘਰ ਦੇ ਮੁਖੀ ਨੇ ਖੁਦ ਸੁਣਿਆ ਕਿ ਰਸੋਈ ਵਿੱਚ ਕਿਸੇ ਦੇ ਕਦਮਾਂ ਦੀ ਆਵਾਜ਼ ਆ ਰਹੀ ਹੈ। ਉਹ ਹਿੰਮਤ ਕਰਕੇ ਉੱਠਿਆ ਅਤੇ ਹੌਲੀ-ਹੌਲੀ ਰਸੋਈ ਵੱਲ ਗਿਆ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਕੋਈ ਨਹੀਂ ਸੀ, ਪਰ ਝੂਠੇ ਬਰਤਨ ਇੱਧਰ-ਉੱਧਰ ਖਿਸਕੇ ਹੋਏ ਸਨ। ਉਹ ਹੈਰਾਨ ਰਹਿ ਗਿਆ। ਉਸਨੇ ਸੋਚਿਆ ਸ਼ਾਇਦ ਬਿੱਲੀ ਹੋਵੇਗੀ, ਪਰ ਦਿਨ ਬੀਤਦੇ ਗਏ ਅਤੇ ਇਹ ਗੱਲ ਵੱਧਦੀ ਗਈ। ਹੁਣ ਘਰ ਵਿੱਚ ਬਿਮਾਰੀਆਂ ਵੀ ਆਉਣ ਲੱਗੀਆਂ। ਵਪਾਰੀ ਦਾ ਧੰਦਾ ਵੀ ਘਟਣ ਲੱਗ ਪਿਆ। ਉਹ ਚਿੰਤਾ ਵਿੱਚ ਡੁੱਬ ਗਿਆ। ਇੱਕ ਦਿਨ ਪਿੰਡ ਵਿੱਚ ਖਬਰ ਆਈ ਕਿ ਮਹਾਨ ਸੰਤ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਬਾਈ ਮਰਦਾਨਾ ਨਾਲ ਉੱਥੋਂ ਲੰਘ ਰਹੇ ਹਨ। ਵਪਾਰੀ ਨੇ ਸੋਚਿਆ ਕਿ ਉਹ ਬਾਬਾ ਜੀ ਕੋਲ ਜਾ ਕੇ ਆਪਣੀ ਸਮੱਸਿਆ ਦੱਸੇਗਾ। ਜਦੋਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਗਿਆ ਤਾਂ ਉਸਨੇ ਨਿਵੇਨ ਹੋ ਕੇ ਕਿਹਾ, ਬਾਬਾ ਜੀ, ਮੇਰੇ ਘਰ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਸੁੱਖ ਨਹੀਂ। ਕੋਈ ਅਜੀਬ ਡਰ ਹਰ ਵੇਲੇ ਮਨ ਵਿੱਚ ਰਹਿੰਦਾ ਹੈ। ਬਾਬਾ ਜੀ ਨੇ ਉਸ ਨੂੰ ਧਿਆਨ ਨਾਲ ਦੇਖਿਆ ਅਤੇ ਕਿਹਾ, ਪੁੱਤਰ, ਪਹਿਲਾਂ ਮੈਨੂੰ ਆਪਣੇ ਘਰ ਲੈ ਚੱਲ। ਜਦੋਂ ਬਾਬਾ ਜੀ ਉਸ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਘਰ ਦੇ ਆਂਗਣ, ਕਮਰਿਆਂ ਅਤੇ ਅਖੀਰ ਵਿੱਚ ਰਸੋਈ ਨੂੰ ਦੇਖਿਆ। ਰਸੋਈ ਵਿੱਚ ਕੋਨੇ ਵਿੱਚ ਝੂਠੇ ਬਰਤਨ ਪਏ ਸਨ। ਬਾਬਾ ਜੀ ਨੇ ਹੌਲੀ ਜਿਹੀ ਮੁਸਕਾਨ ਨਾਲ ਪੁੱਛਿਆ ਕਿ ਇਹ ਹਰ ਰਾਤ ਇੱਥੇ ਹੀ ਰਹਿੰਦੇ ਹਨ। ਵਪਾਰੀ ਨੇ ਕਿਹਾ, ਹਾਂ ਬਾਬਾ ਜੀ, ਕਈ ਵਾਰੀ ਥਕਾਵਟ ਕਰਕੇ ਅਸੀਂ ਸਵੇਰੇ ਧੋ ਲੈਂਦੇ ਹਾਂ। ਇਹ ਸੁਣ ਕੇ ਬਾਬਾ ਜੀ ਨੇ ਸ਼ਾਂਤ ਸੁਰ ਵਿੱਚ ਕਿਹਾ, ਪੁੱਤਰ, ਇਹ ਗੱਲ ਛੋਟੀ ਲੱਗਦੀ ਹੈ, ਪਰ ਇਹ ਆਦਤ ਮਨ ਵਿੱਚ ਆਲਸ ਅਤੇ ਲਾਪਰਵਾਹੀ ਨੂੰ ਜਨਮ ਦਿੰਦੀ ਹੈ। ਜਿੱਥੇ ਆਲਸ ਵਸਦਾ ਹੈ ਉੱਥੇ ਬਰਕਤ ਨਹੀਂ ਰਹਿੰਦੀ। ਫਿਰ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਉਹ ਸਾਰੇ ਬਰਤਨ ਧੋਏ। ਉਸ ਰਾਤ ਉਹਨਾਂ ਨੇ ਉਸ ਪਰਿਵਾਰ ਨੂੰ ਇੱਕ ਗੱਲ ਕਹੀ, ਅੱਜ ਤੋਂ ਬਾਅਦ ਇਸ ਘਰ ਵਿੱਚ ਰਾਤ ਨੂੰ ਕੋਈ ਵੀ ਝੂਠਾ ਬਰਤਨ ਨਹੀਂ ਰਹੇਗਾ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਅਗਲੇ ਕੁਝ ਦਿਨਾਂ ਵਿੱਚ ਉਸ ਘਰ ਵਿੱਚ ਅਜਿਹਾ ਬਦਲਾਅ ਆਇਆ ਜਿਸ ਨੇ ਸਾਰੇ ਪਿੰਡ ਨੂੰ ਹੈਰਾਨ ਕਰ ਦਿੱਤਾ। ਬਿਮਾਰੀਆਂ ਹੌਲੀ-ਹੌਲੀ ਖਤਮ ਹੋਣ ਲੱਗੀਆਂ। ਬੱਚਿਆਂ ਦਾ ਡਰ ਦੂਰ ਹੋ ਗਿਆ। ਵਪਾਰੀ ਦਾ ਧੰਦਾ ਵੀ ਮੁੜ ਚੱਲ ਪਿਆ। ਘਰ ਵਿੱਚ ਹਾਸਾ ਵਾਪਸ ਆ ਗਿਆ। ਇੱਕ ਦਿਨ ਵਪਾਰੀ ਨੇ ਬਾਬਾ ਜੀ ਨੂੰ ਪੁੱਛਿਆ, ਬਾਬਾ ਜੀ, ਕੀ ਸਿਰਫ ਬਰਤਨ ਧੋਣ ਨਾਲ ਇਹ ਸਭ ਹੋ ਗਿਆ? ਬਾਬਾ ਜੀ ਨੇ ਕਿਹਾ, ਨਹੀਂ ਪੁੱਤਰ, ਇਹ ਸਿਰਫ ਬਰਤਨ ਨਹੀਂ ਸਨ, ਇਹ ਮਨ ਦੀ ਸਫਾਈ ਦੀ ਸ਼ੁਰੂਆਤ ਸੀ। ਜਦੋਂ ਇਨਸਾਨ ਛੋਟੀਆਂ ਗੱਲਾਂ ਵਿੱਚ ਸੁਧਾਰ ਕਰਦਾ ਹੈ ਤਾਂ ਰੱਬ ਉਸ ਦੀ ਮਦਦ ਕਰਦਾ ਹੈ। ਇਹ ਗੱਲ ਸੁਣ ਕੇ ਵਪਾਰੀ ਦੀਆਂ ਅੱਖਾਂ ਵਿੱਚ ਅੰਸੂ ਆ ਗਏ। ਉਸਨੇ ਨਿਵੇਨ ਹੋ ਕੇ ਕਿਹਾ, ਬਾਬਾ ਜੀ, ਅੱਜ ਮੈਨੂੰ ਸਮਝ ਆ ਗਈ ਕਿ ਅਸਲ ਦੌਲਤ ਪੈਸਾ ਨਹੀਂ, ਅਸਲ ਦੌਲਤ ਚੰਗੀਆਂ ਆਦਤਾਂ ਅਤੇ ਸਾਫ਼ ਦਿਲ ਹੈ। ਇਹ ਕਹਾਣੀ ਸੁਣਾ ਕੇ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ। ਹਰਬੰਸ,
ਉਸ ਦੀ ਮਾਂ ਅਤੇ ਮੀਰਾ ਗਹਿਰੇ ਵਿਚਾਰ ਵਿੱਚ ਡੁੱਬ ਗਏ। ਹਰਬੰਸ ਨੇ ਹੌਲੀ ਜਿਹੇ ਸੁਰ ਵਿੱਚ ਕਿਹਾ, ਬਾਬਾ ਜੀ, ਅਸੀਂ ਤਾਂ ਸਮਝਦੇ ਸੀ ਕਿ ਇਹ ਸਿਰਫ ਪੁਰਾਣੀਆਂ ਗੱਲਾਂ ਹਨ। ਬਾਬਾ ਜੀ ਮੁਸਕਰਾਏ ਅਤੇ ਕਹਿੰਦੇ, ਪੁਰਾਣੀਆਂ ਗੱਲਾਂ ਵਿੱਚ ਵੀ ਕਈ ਵਾਰੀ ਵੱਡੀ ਸੱਚਾਈ ਲੁਕੀ ਹੋਈ ਹੁੰਦੀ ਹੈ। ਉਸ ਰਾਤ ਹਰਬੰਸ ਦੇ ਘਰ ਵਿੱਚ ਇੱਕ ਨਵੀਂ ਸੋਚ ਜਨਮ ਲੈ ਚੁੱਕੀ ਸੀ। ਪਰ ਉਦੋਂ ਹੀ ਬਾਬਾ ਜੀ ਨੇ ਇੱਕ ਹੋਰ ਡੂੰਘੀ ਗੱਲ ਕਹੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬਾਬਾ ਜੀ ਨੇ ਕਿਹਾ, ਪਰ ਪੁੱਤਰੋ, ਸਫਾਈ ਸਿਰਫ ਘਰ ਦੀ ਨਹੀਂ ਹੁੰਦੀ, ਮਨ ਦੀ ਵੀ ਹੁੰਦੀ ਹੈ। ਕਈ ਲੋਕ ਰਸੋਈ ਤਾਂ ਸਾਫ਼ ਕਰ ਲੈਂਦੇ ਹਨ ਪਰ ਦਿਲ ਵਿੱਚ ਈਰਖਾ, ਗੁੱਸਾ ਅਤੇ ਲਾਲਚ ਛੱਡ ਦਿੰਦੇ ਹਨ, ਅਤੇ ਇਹ ਉਹ ਝੂਠੇ ਬਰਤਨ ਹਨ ਜੋ ਜੇ ਰਾਤ ਭਰ ਮਨ ਵਿੱਚ ਪਏ ਰਹਿ ਜਾਣ ਤਾਂ ਜੀਵਨ ਦੀ ਸ਼ਾਂਤੀ ਖਤਮ ਕਰ ਦਿੰਦੇ ਹਨ। ਇਹ ਸੁਣ ਕੇ ਹਰਬੰਸ ਦੇ ਦਿਲ ਵਿੱਚ ਇੱਕ ਨਵਾਂ ਪ੍ਰਸ਼ਨ ਜਨਮ ਲੈ ਗਿਆ। ਉਸਨੇ ਸੋਚਿਆ ਕਿ ਜੇ ਮਨ ਦੇ ਝੂਠੇ ਬਰਤਨ ਵੀ ਧੋਣੇ ਪੈਂਦੇ ਹਨ ਤਾਂ ਉਹ ਕਿਵੇਂ ਧੋਏ ਜਾਂਦੇ ਹਨ, ਅਤੇ ਜਿਵੇਂ ਹੀ ਉਸਨੇ ਇਹ ਸਵਾਲ ਪੁੱਛਣ ਲਈ ਮੂੰਹ ਖੋਲ੍ਹਿਆ, ਬਾਬਾ ਜੀ ਨੇ ਉਸ ਵੱਲ ਦੇਖ ਕੇ ਕਿਹਾ, ਇਹੀ ਗੱਲ ਮੈਂ ਤੈਨੂੰ ਅਗਲੀ ਕਹਾਣੀ ਵਿੱਚ ਦੱਸਾਂਗਾ, ਕਿਉਂਕਿ ਇੱਕ ਵਾਰੀ ਇੱਕ ਮਨੁੱਖ ਨੇ ਆਪਣੇ ਮਨ ਦੇ ਝੂਠੇ ਬਰਤਨ ਇੰਨੇ ਸਾਲਾਂ ਤੱਕ ਨਹੀਂ ਧੋਏ ਕਿ ਆਖਿਰਕਾਰ ਉਸਦੇ ਜੀਵਨ ਵਿੱਚ ਅਜਿਹਾ ਤੂਫਾਨ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ। ਅਤੇ ਇੱਥੇ ਬਾਬਾ ਜੀ ਦੀ ਗੱਲ ਸੁਣ ਕੇ ਹਰਬੰਸ ਦੀ ਧੜਕਨ ਤੇਜ਼ ਹੋ ਗਈ, ਕਿਉਂਕਿ ਉਸਨੂੰ ਅਹਿਸਾਸ ਹੋ ਗਿਆ ਸੀ ਕਿ ਅਸਲ ਕਹਾਣੀ ਹੁਣ ਸ਼ੁਰੂ ਹੋਣ ਵਾਲੀ ਹੈ। ਉਸ ਸਮੇਂ ਘਰ ਦੇ ਆਂਗਣ ਵਿੱਚ ਡੂੰਘੀ ਖਾਮੋਸ਼ੀ ਛਾ ਗਈ ਸੀ। ਚੁੱਲ੍ਹੇ ਦੀਆਂ ਰਾਖਾਂ ਹੌਲੀ-ਹੌਲੀ ਠੰਡੀ ਹੋ ਰਹੀਆਂ ਸਨ ਅਤੇ ਸਭ ਦੇ ਦਿਲਾਂ ਵਿੱਚ ਬਾਬਾ ਜੀ ਦੀਆਂ ਗੱਲਾਂ ਗੂੰਜ ਰਹੀਆਂ ਸਨ। ਗੁਰੂ ਨਾਨਕ ਦੇਵ ਜੀ ਨੇ ਹਰਬੰਸ ਵੱਲ ਵੇਖਿਆ। ਉਸ ਦੀ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਿੰਤਾ ਵੀ ਸੀ ਅਤੇ ਜਾਣਨ ਦੀ ਤੜਪ ਵੀ। ਬਾਬਾ ਜੀ ਹੌਲੀ-ਹੌਲੀ ਬੋਲਣ ਲੱਗੇ, ਪੁੱਤਰ ਹਰਬੰਸ, ਤੂੰ ਪੁੱਛਿਆ ਸੀ ਨਾ ਕਿ ਮਨ ਦੇ ਝੂਠੇ ਬਰਤਨ ਕਿਵੇਂ ਧੋਏ ਜਾਂਦੇ ਹਨ। ਇਸ ਦੀ ਇੱਕ ਕਹਾਣੀ ਹੈ, ਅਤੇ ਇਹ ਕਹਾਣੀ ਸਿਰਫ ਇੱਕ ਮਨੁੱਖ ਦੀ ਨਹੀਂ, ਇਹ ਕਹਾਣੀ ਹਰ ਉਸ ਇਨਸਾਨ ਦੀ ਹੈ ਜੋ ਬਾਹਰੋਂ ਤਾਂ ਸਾਫ਼ ਦਿਖਦਾ ਹੈ ਪਰ ਅੰਦਰੋਂ ਚਿੰਤਾਵਾਂ, ਗੁੱਸੇ ਅਤੇ ਲਾਲਚ ਨਾਲ ਭਰਿਆ ਹੁੰਦਾ ਹੈ। ਇਹ ਕਹਿ ਕੇ ਬਾਬਾ ਜੀ ਨੇ ਆਪਣੀ ਨਿਗਾਹ ਦੂਰ ਅਸਮਾਨ ਵੱਲ ਕਰ ਲਈ, ਜਿਵੇਂ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਰਹੇ ਹੋਣ। ਫਿਰ ਉਹ ਕਹਿਣ ਲੱਗੇ ਕਿ ਕਈ ਸਾਲ ਪਹਿਲਾਂ ਇੱਕ ਸ਼ਹਿਰ ਵਿੱਚ ਇੱਕ ਮਨੁੱਖ ਰਹਿੰਦਾ ਸੀ ਜਿਸ ਦਾ ਨਾਮ ਲਾਲਾ ਦੇਵਦਾਸ ਸੀ। ਉਹ ਬਹੁਤ ਅਮੀਰ ਸੀ, ਵੱਡੇ ਵੱਡੇ ਮਕਾਨ, ਦੁਕਾਨਾਂ, ਜ਼ਮੀਨ, ਸਭ ਕੁਝ ਉਸਦੇ ਕੋਲ ਸੀ। ਲੋਕ ਉਸਦੀ ਇੱਜ਼ਤ ਕਰਦੇ ਸਨ ਪਰ ਉਸਦੇ ਦਿਲ ਵਿੱਚ ਇੱਕ ਅਜੀਬ ਬੇਚੈਨੀ ਰਹਿੰਦੀ ਸੀ। ਉਹ ਹਰ ਕਿਸੇ ਨਾਲ ਗੁੱਸੇ ਨਾਲ ਗੱਲ ਕਰਦਾ ਸੀ, ਨੌਕਰਾਂ ਨੂੰ ਡਾਂਟਦਾ, ਗਰੀਬਾਂ ਨੂੰ ਤੋੜੀ ਤੋੜੀ ਰੋਟੀ ਦੇਣ ਵਿੱਚ ਵੀ ਉਸਨੂੰ ਦਰਦ ਹੁੰਦਾ ਸੀ। ਇੱਕ ਦਿਨ ਸ਼ਹਿਰ ਵਿੱਚ ਖਬਰ ਆਈ ਕਿ ਮਹਾਨ ਸੰਤ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਉੱਥੇ ਆ ਰਹੇ ਹਨ। ਸ਼ਹਿਰ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲਾਲਾ ਦੇਵਦਾਸ ਨੇ ਵੀ ਸੋਚਿਆ ਕਿ ਜੇ ਉਹ ਸੰਤ ਨੂੰ ਆਪਣੇ ਘਰ ਬੁਲਾਏਗਾ ਤਾਂ ਲੋਕਾਂ ਵਿੱਚ ਉਸ ਦੀ ਹੋਰ ਇੱਜ਼ਤ ਵਧੇਗੀ। ਇਸ ਲਈ ਉਸਨੇ ਬਾਬਾ ਜੀ ਨੂੰ ਸੱਦਾ ਦਿੱਤਾ। ਜਦੋਂ ਬਾਬਾ ਜੀ ਉਸਦੇ ਘਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਘਰ ਬਹੁਤ ਵੱਡਾ ਸੀ ਪਰ ਉਸ ਵਿੱਚ ਇੱਕ ਅਜੀਬ ਜਿਹੀ ਠੰਡ ਅਤੇ ਖਾਲੀਪਨ ਸੀ। ਬਾਬਾ ਜੀ ਨੇ ਪੁੱਛਿਆ, ਲਾਲਾ ਜੀ, ਤੁਸੀਂ ਖੁਸ਼ ਹੋ? ਲਾਲਾ ਹੱਸਿਆ ਅਤੇ ਕਿਹਾ, ਮੇਰੇ ਕੋਲ ਸਭ ਕੁਝ ਹੈ ਬਾਬਾ ਜੀ, ਮੈਂ ਕਿਉਂ ਨਹੀਂ ਖੁਸ਼ ਹੋਵਾਂਗਾ। ਪਰ ਬਾਬਾ ਜੀ ਦੀਆਂ ਅੱਖਾਂ ਨੂੰ ਉਹ ਸੱਚਾਈ ਦਿਖ ਰਹੀ ਸੀ ਜੋ ਲਾਲਾ ਲੁਕਾ ਰਿਹਾ ਸੀ। ਉਸ ਰਾਤ ਖਾਣਾ ਬਣਿਆ, ਸਾਰੇ ਨੇ ਮਿਲ ਕੇ ਖਾਧਾ। ਖਾਣੇ ਤੋਂ ਬਾਅਦ ਨੌਕਰ ਬਰਤਨ ਇੱਕ ਕੋਨੇ ਵਿੱਚ ਰੱਖ ਕੇ ਚਲੇ ਗਏ। ਰਾਤ ਦੇ ਅੱਧ ਵਿੱਚ ਜਦੋਂ ਸਾਰੇ ਸੋ ਰਹੇ ਸਨ ਤਾਂ ਬਾਬਾ ਜੀ ਹੌਲੀ-ਹੌਲੀ ਉੱਠੇ ਅਤੇ ਰਸੋਈ ਵਿੱਚ ਗਏ। ਉਹਨਾਂ ਨੇ ਉਹ ਸਾਰੇ ਝੂਠੇ ਬਰਤਨ ਚੁੱਕ ਕੇ ਧੋਣੇ ਸ਼ੁਰੂ ਕਰ ਦਿੱਤੇ। ਉਦੋਂ ਹੀ ਭਾਈ ਮਰਦਾਨਾ ਨੇ ਵੇਖ ਲਿਆ ਅਤੇ ਹੈਰਾਨ ਹੋ ਕੇ ਪੁੱਛਿਆ, ਬਾਬਾ ਜੀ, ਤੁਸੀਂ ਇਹ ਕੀ ਕਰ ਰਹੇ ਹੋ? ਬਾਬਾ ਜੀ ਮੁਸਕਰਾਏ ਅਤੇ ਕਹਿੰਦੇ, ਮਰਦਾਨਿਆ, ਇਹ ਸਿਰਫ ਬਰਤਨ ਨਹੀਂ ਹਨ, ਇਹ ਉਸ ਘਰ ਦੇ ਮਨ ਦੀ ਹਾਲਤ ਦੱਸ ਰਹੇ ਹਨ। ਸਵੇਰੇ ਜਦੋਂ ਲਾਲਾ ਦੇਵਦਾਸ ਜਾਗਿਆ ਤਾਂ ਉਸਨੇ ਵੇਖਿਆ ਕਿ ਬਾਬਾ ਜੀ ਬਰਤਨ ਧੋ ਰਹੇ ਹਨ। ਉਹ ਘਬਰਾ ਗਿਆ ਅਤੇ ਕਹਿਣ ਲੱਗਾ, ਬਾਬਾ ਜੀ, ਇਹ ਤੁਸੀਂ ਕੀ ਕਰ ਰਹੇ ਹੋ? ਇਹ ਕੰਮ ਤਾਂ ਨੌਕਰਾਂ ਦਾ ਹੈ। ਬਾਬਾ ਜੀ ਨੇ ਸ਼ਾਂਤ ਸੁਰ ਵਿੱਚ ਕਿਹਾ, ਲਾਲਾ ਜੀ, ਜਦੋਂ ਮਨੁੱਖ ਆਪਣੇ ਮਨ ਦੇ ਝੂਠੇ ਬਰਤਨ ਨਹੀਂ ਧੋਂਦਾ ਤਾਂ ਘਰ ਵਿੱਚ ਚਿੰਤਾ, ਗੁੱਸਾ ਅਤੇ ਡਰ ਵਸਣ ਲੱਗ ਪੈਂਦੇ ਹਨ। ਇਹ ਗੱਲ ਲਾਲਾ ਦੇ ਦਿਲ ਵਿੱਚ ਚੁੱਭ ਗਈ। ਉਸਨੇ ਪਹਿਲੀ ਵਾਰੀ ਸੋਚਿਆ ਕਿ ਸ਼ਾਇਦ ਉਸਦੇ ਅੰਦਰ ਵੀ ਕੁਝ ਗੰਦਗੀ ਹੈ ਜੋ ਉਸਨੂੰ ਸ਼ਾਂਤੀ ਨਹੀਂ ਦੇ ਰਹੀ। ਉਸ ਦਿਨ ਤੋਂ ਬਾਅਦ ਲਾਲਾ ਦੇਵਦਾਸ ਬਦਲਣਾ ਸ਼ੁਰੂ ਹੋ ਗਿਆ। ਉਸਨੇ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕੀਤੀ, ਨੌਕਰਾਂ ਨਾਲ ਪਿਆਰ ਨਾਲ ਗੱਲ ਕਰਨੀ ਸ਼ੁਰੂ ਕੀਤੀ ਅਤੇ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਦਿਲ ਨੂੰ ਵੀ ਸਾਫ਼ ਕਰਨਾ ਸ਼ੁਰੂ ਕੀਤਾ। ਕਿਸੇ ਨਾਲ ਗੁੱਸਾ ਹੋਵੇ ਤਾਂ ਮਾਫ਼ ਕਰ ਦੇਣਾ, ਕਿਸੇ ਨਾਲ ਬੁਰਾ ਸੋਚਿਆ ਹੋਵੇ ਤਾਂ ਰੱਬ ਤੋਂ ਮਾਫ਼ੀ ਮੰਗ ਲੈਣਾ। ਕੁਝ ਮਹੀਨਿਆਂ ਵਿੱਚ ਉਸਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ। ਲੋਕ ਕਹਿਣ ਲੱਗੇ ਕਿ ਲਾਲਾ ਦੇਵਦਾਸ ਹੁਣ ਪਹਿਲਾਂ ਵਾਲਾ ਮਨੁੱਖ ਨਹੀਂ ਰਿਹਾ।
ਇਹ ਕਹਾਣੀ ਸੁਣਾ ਕੇ ਬਾਬਾ ਜੀ ਨੇ ਹਰਬੰਸ ਵੱਲ ਵੇਖਿਆ ਅਤੇ ਕਿਹਾ, ਪੁੱਤਰ, ਘਰ ਦੀ ਸਫਾਈ ਜ਼ਰੂਰੀ ਹੈ ਪਰ ਦਿਲ ਦੀ ਸਫਾਈ ਉਸ ਤੋਂ ਵੀ ਵੱਧ ਜ਼ਰੂਰੀ ਹੈ। ਹਰਬੰਸ, ਮੀਰਾ ਅਤੇ ਬੁੱਢੀ ਮਾਂ ਦੀਆਂ ਅੱਖਾਂ ਭਰ ਆਈਆਂ। ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਅਸਲ ਸਿੱਖਿਆ ਕੀ ਹੈ। ਉਸ ਦਿਨ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਇੱਕ ਨਵਾਂ ਨਿਯਮ ਬਣ ਗਿਆ, ਰਾਤ ਨੂੰ ਨਾ ਤਾਂ ਰਸੋਈ ਵਿੱਚ ਝੂਠੇ ਬਰਤਨ ਰਹਿਣਗੇ ਅਤੇ ਨਾ ਹੀ ਦਿਲ ਵਿੱਚ ਕਿਸੇ ਲਈ ਗੁੱਸਾ ਜਾਂ ਨਫ਼ਰਤ। ਸਮਾਂ ਬੀਤਦਾ ਗਿਆ ਅਤੇ ਉਹ ਘਰ ਸੱਚਮੁੱਚ ਬਰਕਤ ਨਾਲ ਭਰ ਗਿਆ। ਪਿੰਡ ਦੇ ਲੋਕ ਦੂਰ ਦੂਰ ਤੋਂ ਆ ਕੇ ਕਹਿਣ ਲੱਗੇ ਕਿ ਇਸ ਘਰ ਵਿੱਚ ਆ ਕੇ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੁੰਦੀ ਹੈ। ਅਤੇ ਹਰਬੰਸ ਹਮੇਸ਼ਾ ਇੱਕ ਗੱਲ ਕਹਿੰਦਾ, ਇਹ ਸਭ ਬਾਬਾ ਜੀ ਦੀ ਸਿੱਖਿਆ ਦਾ ਫਲ ਹੈ। ਦੋਸਤੋ, ਇਸ ਕਹਾਣੀ ਦੀ ਸਿੱਖਿਆ ਬਹੁਤ ਡੂੰਘੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਛੋਟੀਆਂ-ਛੋਟੀਆਂ ਆਦਤਾਂ ਦਾ ਕੋਈ ਅਸਰ ਨਹੀਂ ਹੁੰਦਾ, ਪਰ ਸੱਚ ਇਹ ਹੈ ਕਿ ਇਹੀ ਛੋਟੀਆਂ ਆਦਤਾਂ ਹੌਲੀ-ਹੌਲੀ ਸਾਡੇ ਜੀਵਨ ਦੀ ਦਿਸ਼ਾ ਤੈਅ ਕਰਦੀਆਂ ਹਨ। ਸਫਾਈ, ਅਨੁਸ਼ਾਸਨ, ਪਿਆਰ ਅਤੇ ਮਾਫੀ ਇਹ ਉਹ ਗੁਣ ਹਨ ਜੋ ਹਰ ਘਰ ਨੂੰ ਸੁਖੀ ਬਣਾ ਸਕਦੇ ਹਨ। ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਅਤੇ ਤੁਸੀਂ ਐਸੀਆਂ ਹੀ ਪ੍ਰੇਰਨਾਦਾਇਕ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਅੱਗੇ ਆਉਣ ਵਾਲੀਆਂ ਐਸੀ ਹੀ ਰੂਹ ਨੂੰ ਛੂਹਣ ਵਾਲੀਆਂ ਕਹਾਣੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਅਤੇ ਦੋਸਤੋ, ਕਮੈਂਟ ਵਿੱਚ ਜ਼ਰੂਰ ਲਿਖੋ ਵਾਹਿਗੁਰੂ, ਤਾਂ ਜੋ ਸਾਡੇ ਮਨ ਵਿੱਚ ਵੀ ਉਸ ਪਵਿੱਤਰ ਨਾਮ ਦੀ ਰੌਸ਼ਨੀ ਵਸਦੀ ਰਹੇ। ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਸੁਖ, ਸ਼ਾਂਤੀ ਅਤੇ ਬਰਕਤ ਬਣਾਈ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।